ਇਲੈਕਟ੍ਰੋਪੈਥੀ ਦਾ ਮਤਲਬ ਹੈ ਕਿ ਜੋ ਪਾਵਰ ਪੌਦੇ ਵਿੱਚ ਹੈ, ਜੋ ਪਾਵਰ ਪੌਦਿਆਂ ਦੇ ਵਿੱਚ ਹੈ, ਉਹਨੂੰ ਅਸੀਂ ਆਪਣੇ ਸਰੀਰ ਉੱਤੇ ਕਿਸ ਤਰੀਕੇ ਨਾਲ ਢਾਲਣਾ ਹੈ। ਉਹਨਾਂ ਦੂਸਰੀਆਂ ਪੈਥੀਆਂ ਦੇ ਮੁਕਾਬਲੇ ਜਿਹੜੀ ਇਲੈਕਟ੍ਰੋਪੈਥੀ ਆ, ਇਹਦਾ ਟ੍ਰੀਟਮੈਂਟ ਜਿਹੜਾ ਤੁਸੀਂ ਦੱਸਿਆ ਉਪਚਾਰ ਦਾ ਢੰਗ ਆ, ਆਮ ਲੋਕਾਂ ਦੇ ਮਨਾਂ ਦੇ ਵਿੱਚ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਲਜੀਤ ਅਜਨੋਹਾ। ਦੋਸਤੋ, ਅਕਸਰ ਅਸੀਂ ਸਮੇਂ ਦੇ ਅਨੁਸਾਰ ਦੇਖਦੇ ਹਾਂ ਕਿ ਲੋਕ, ਬਹੁਤ ਸਾਰੇ ਲੋਕ ਆ, ਚਾਹੇ ਉਹ ਕਿਸੇ ਵੀ ਵਰਗ ਨਾਲ ਸੰਬੰਧਿਤ ਹੈ, ਉਹ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹੈ। ਲੋਕ ਜਿਹੜੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਨੇ ਤੇ ਉਹ ਵੱਡੇ-ਵੱਡੇ ਹਸਪਤਾਲਾਂ ਦੇ ਵਿੱਚ ਜਾ ਕੇ ਖਰਚੇ ਦਾ ਜਿਹੜਾ ਭਾਰ ਸਹਿਣ ਨਹੀਂ ਕਰਦੇ ਤੇ ਕਈ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਂਦੇ। ਪਰ ਮੌਜੂਦਾ ਇੱਕ ਇਲੈਕਟ੍ਰੋਪੈਥੀ ਨਾਂ ਜਿਹੜੀ ਪੈਥੀ ਆ, ਜਿੱਥੇ ਐਲੋਪੈਥੀ ਜਾਂ ਆਯੁਰਵੈਦ, ਉੱਥੇ ਇਲੈਕਟ੍ਰੋਪੈਥੀ ਵੀ ਹੈ। ਤੇ ਅਸੀਂ ਅੱਜ ਇਲੈਕਟ੍ਰੋਪੈਥੀ ਦੇ ਮਾਹਰ ਤੇ ਪ੍ਰਿੰਸੀਪਲ, ਜਿਹੜਾ ਇਲੈਕਟ੍ਰੋਪੈਥੀ ਕਾਲਜ ਦੇ ਮਾਲਿਕ ਨੇ, ਪ੍ਰਿੰਸੀਪਲ ਨੇ ਡਾਕਟਰ JS ਚਾਵਲਾ ਜੀ, ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ। ਇਲੈਕਟ੍ਰੋਪੈਥੀ ਕੀ ਹੈ, ਇਲੈਕਟ੍ਰੋਪੈਥੀ ਦਾ ਟ੍ਰੀਟਮੈਂਟ ਕੀ ਹੈ ਔਰ ਕਿੰਨਾ ਸਸਤਾ ਹੈ ਔਰ ਕਿਵੇਂ ਲਿਆ ਜਾਂਦਾ ਔਰ ਕਿੰਨੀ ਦੇਰ ਤੱਕ ਚੱਲਦਾ ਹੈ। ਡਾਕਟਰ JS ਚਾਵਲਾ ਜੀ, ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੀ ਇਲੈਕਟ੍ਰੋਪੈਥੀ ਹੈ, ਇਹ ਹੈ ਕੀ ਹੈ? ਇਲੈਕਟ੍ਰੋਪੈਥੀ ਡਾਕਟਰ ਕਾਉਂਟ ਸੀਜ਼ਰਮੈਟੀ ਇਟਲੀ ਵਿੱਚ ਹੋਏ ਨੇ, ਜਿਨ੍ਹਾਂ ਨੇ ਖੋਜ ਕੀਤੀ। ਇਹ ਪੌਦਿਆਂ ਤੋਂ ਉਹਨਾਂ ਦੇ ਐਸੈਂਸ ਬਣਾਏ ਜਾਂਦੇ ਨੇ, ਉਸ ਤੋਂ ਬਾਅਦ ਉਸ ਨੂੰ ਬਿਮਾਰੀਆਂ ਦੀ ਤੁਲਨਾ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਵਾ। ਡਾਕਟਰ ਕਾਉਂਟ ਸੀਜ਼ਰਮੈਟੀ ਨੇ ਪਹਿਲਾਂ ਹੋਮਿਓਪੈਥੀ ਨੂੰ ਸਟੱਡੀ ਕੀਤਾ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਲੈਕਟ੍ਰੋਪੈਥੀ ਜਿਹੜੀ ਇਜਾਦ ਕੀਤੀ। ਇਲੈਕਟ੍ਰੋਪੈਥੀ ਦਾ ਮਤਲਬ ਹੈ ਕਿ ਜੋ ਪਾਵਰ ਪੌਦੇ ਵਿੱਚ ਹੈ, ਜੋ ਪਾਵਰ ਪੌਦਿਆਂ ਦੇ ਵਿੱਚ ਹੈ, ਉਹਨੂੰ ਅਸੀਂ ਆਪਣੇ ਸਰੀਰ ਉੱਤੇ ਕਿਸ ਤਰੀਕੇ ਨਾਲ ਢਾਲਣਾ ਹੈ ਔਰ ਬਿਮਾਰੀਆਂ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ। ਸਭ ਤੋਂ ਪਹਿਲਾਂ ਇਲੈਕਟ੍ਰੋਪੈਥੀ ਜਿਹੜੀ ਹੋਮਿਓਪੈਥੀ ਵੀ ਕਹਿ ਸਕਦੇ ਹਾਂ ਇਸ ਨੂੰ, ਇਸ ਦੇ ਵਿੱਚ ਵੀ ਮੈਂ 2-3 ਕਿਤਾਬਾਂ ਲਿਖੀਆਂ ਨੇ ਇਲੈਕਟ੍ਰੋਪੈਥੀ ਦੇ ਤੌਰ 'ਤੇ ਪੰਜਾਬੀ ਦੇ ਵਿੱਚ, ਔਰ ਮੈਡੀਸਨਲ ਪਲਾਂਟਸ ਆਫ ਇਲੈਕਟ੍ਰੋਪੈਥੀ ਇੰਗਲਿਸ਼ ਦੇ ਵਿੱਚ, ਜਨਰਲ ਮੈਡੀਕਲ ਸਾਇੰਸ ਆਫ ਇਲੈਕਟ੍ਰੋਪੈਥੀ ਇੰਗਲਿਸ਼ ਦੇ ਵਿੱਚ। ਇੱਕ ਸਿਹਤ ਫੁਲਵਾੜੀ ਮੈਗਜ਼ੀਨ ਵੀ ਪਹਿਲਾਂ ਅਸੀਂ ਕੱਢਦੇ ਸੀ। ਹੁਣ ਜਲਦੀ ਹੀ ਅਸੀਂ ਜਾਨਵਰ ਜਿਹੜੇ ਆ ਉਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਇਲੈਕਟ੍ਰੋਪੈਥੀ ਦੀ ਮੈਡੀਸਨ ਦੇ ਨਾਲ, ਉੱਤੇ ਵੀ ਪੂਰੀ ਤਰ੍ਹਾਂ ਰਿਸਰਚ ਕਰ ਰਹੇ ਹਾਂ। ਔਰ ਮੇਰਾ ਸੰਬੰਧ ਇਲੈਕਟ੍ਰੋਪੈਥੀ ਦੇ ਨਾਲ, ਮੈਂ ਸਾਰੀ ਚੀਜ਼ ਡਿਟੇਲ 'ਚ ਦੱਸਦਾ ਜੀ। ਬਿਲਕੁਲ ਬਿਲਕੁਲ। 1985 ਤੋਂ ਹੈ। 85 ਦੇ ਵਿੱਚ ਅਸੀਂ ਇੰਸਟੀਚਿਊਟ ਸਟਾਰਟ ਕੀਤਾ ਸੀ ਬਟਾਲੇ ਦੇ ਵਿੱਚ, ਫਿਰ ਹਾਲਾਤ ਖਰਾਬ ਹੋ ਗਏ, ਫਿਰ ਅਸੀਂ 87 'ਚ ਇੱਥੇ ਆਏ ਜਲੰਧਰ ਦੇ ਵਿੱਚ। ਇੱਥੇ ਪੰਜਾਬ ਮੈਡੀਕਲ ਇੰਸਟੀਚਿਊਟ ਦੇ ਨਾਂ 'ਤੇ ਇੱਕ ਟਰਸਟ ਬਣਾਇਆ, ਜਿਹੜਾ ਕਿ ਅੱਜ ਵੀ ਟਰਸਟ ਜਿਹੜਾ ਵਾ ਉਹ ਕੰਮ ਕਰ ਰਿਹਾ ਹੈ। ਉਹਦੇ ਵਿੱਚ ਬਕਾਇਦਾ ਤੌਰ 'ਤੇ ਪ੍ਰਬੰਧਕ ਕਮੇਟੀ ਹੈ ਸਾਡੀ, ਔਰ ਬਹੁਤ ਸਾਰੇ ਡਾਕਟਰਸ ਨੇ ਜਿਹੜੇ ਇਹਦੇ ਉੱਤੇ ਵਿਚਾਰ ਚਰਚਾ ਕਰਦੇ ਨੇ। ਸੋ ਡਾਕਟਰ ਕਾਉਂਟ ਸੀਜ਼ਰਮੈਟੀ ਜਿਹੜੇ ਇਟਲੀ ਦੇ ਰਹਿਣ ਵਾਲੇ ਸਨ, ਬਲੋਗਨਾ ਸ਼ਹਿਰ ਦੇ ਰਹਿਣ ਵਾਲੇ ਸਨ, ਮੈਂ ਉੱਥੇ ਗਿਆ ਔਰ ਸਭ ਤੋਂ ਪਹਿਲਾਂ ਮੈਂ ਉੱਥੇ ਜਾ ਕੇ ਸਭ ਤੋਂ ਪਹਿਲਾਂ ਜਦ ਇਲੈਕਟ੍ਰੋਪੈਥੀ ਵਿੱਚ ਆਇਆ ਤਾਂ ਸੋਚਿਆ ਕਿ ਸਭ ਤੋਂ ਪਹਿਲਾਂ ਉਹ ਜਗ੍ਹਾ ਵੇਖੀ ਜਾਵੇ ਜਿੱਥੋਂ ਇਲੈਕਟ੍ਰੋਪੈਥੀ ਸ਼ੁਰੂ ਹੋਈ ਹੈ। ਫਿਰ ਮੈਂ ਇਟਲੀ 'ਚ ਗਿਆ, ਇਟਲੀ ਜਾ ਕੇ ਉਹਨਾਂ ਦਾ ਘਰ ਦੇਖਿਆ ਡਾਕਟਰ ਕਾਉਂਟ ਸੀਜ਼ਰਮੈਟੀ ਦਾ, ਔਰ ਉਸ ਤੋਂ ਬਾਅਦ ਉੱਥੇ ਮਿਲਿਆ ਵੀ, ਮੈਡੀਸਨ ਵੀ ਲੈ ਕੇ ਆਇਆ ਸਨ ਉਸ ਥਾਂ ਤੋਂ। ਸੋ ਉਹ ਜੋ ਮੈਂ ਸਟੱਡੀ ਕੀਤੀ ਇਲੈਕਟ੍ਰੋਪੈਥੀ ਦੀ, ਉਹਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਜੋ ਪੌਦੇ ਦੀ ਦਵਾਈ ਬਣਾਈ ਜਾਂਦੀ ਹੈ, ਉਹਦਾ ਸਭ ਤੋਂ ਪਹਿਲਾਂ ਲਿੰਫ 'ਤੇ ਅਸਰ ਹੈ, ਸਾਡੇ ਰਸ 'ਤੇ। ਜੇ ਸਾਡਾ ਰਸ ਸ਼ੁੱਧ ਹੋ ਗਿਆ ਤਾਂ ਸਾਡੇ ਅੰਦਰ ਜੋ ਖੂਨ ਹੈ ਉਹ ਸ਼ੁੱਧ ਹੋ ਜਾਏਗਾ। ਫਿਰ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਵਾ ਜੋ ਉਗਦੀਆਂ ਨੇ ਉਹ ਨਹੀਂ ਉਗਣਗੀਆਂ, ਠੀਕ ਹੋ ਜਾਣਗੀਆਂ। ਸੋ ਜੇ ਆਪਾਂ ਦਵਾਈਆਂ ਦੀ ਗੱਲ ਕਰੀਏ ਤਾਂ ਦਵਾਈਆਂ ਅੱਜ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਬਹੁਤ ਘੱਟ ਪਤਾ ਸੀ। ਜਦੋਂ 1985 'ਚ ਅਸੀਂ ਸ਼ੁਰੂ ਕੀਤਾ ਇੱਥੇ, ਔਰ ਜਲੰਧਰ ਦੇ ਵਿੱਚ 87 ਤੋਂ ਸ਼ੁਰੂ ਕੀਤਾ ਪਹਿਲਾ ਬੈਚ, ਉਸ ਟਾਈਮ 'ਤੇ ਬਹੁਤ ਘੱਟ ਲੋਕ ਜਾਂਦੇ ਸੀ ਔਰ ਲੋਕ ਸਾਨੂੰ ਮਖੌਲ ਕਰਦੇ ਸੀ ਇਹ ਬਿਜਲੀ ਨਾਲ ਠੀਕ ਕਰਦੇ ਆ। ਜਦ ਕਿ ਜਦੋਂ ਉਹਨਾਂ ਨੂੰ ਵਾਰ-ਵਾਰ ਇਹ ਸਮਝਾਇਆ ਜਾਂਦਾ ਸੀ ਕਿ ਬਿਜਲੀ ਨਾਲ ਨਹੀਂ ਠੀਕ ਹੁੰਦਾ, ਬਿਜਲੀ ਦੀ ਤਾਕਤ ਜਿਹੜੀ ਹੈ ਉਹ ਪੌਦੇ ਵਿੱਚ ਹੈ ਔਰ ਉਹ ਸਾਡੇ 'ਤੇ ਅਸਰ ਕਰਦੀ ਹੈ। ਫਿਰ ਬਹੁਤ ਸਾਰੇ ਲੋਕਾਂ ਤੱਕ ਅਸੀਂ ਪ੍ਰਚਾਰ ਕੀਤਾ। ਫਿਰ ਉਸ ਤੋਂ ਬਾਅਦ ਸਾਡੇ ਪਾਸ ਸਟੂਡੈਂਟ ਆਉਂਦੇ ਗਏ, ਉਹਨਾਂ ਨੂੰ ਅਸੀਂ ਪੜ੍ਹਨ ਵਾਸਤੇ ਪੂਰਾ ਮੌਕਾ ਦਿੱਤਾ। ਜਿਸ ਤਰ੍ਹਾਂ ਐਲੋਪੈਥੀ ਹੈ, ਸਾਰੇ ਸਬਜੈਕਟ ਐਲੋਪੈਥੀ ਦੇ, ਮੈਡੀਸਨ ਜਿਹੜੀ ਆ ਉਹ ਐਲੋਪੈਥੀ ਦੀ ਅਸੀਂ ਯੂਜ਼ ਨਹੀਂ ਕਰਦੇ। ਇਸੇ ਤਰ੍ਹਾਂ ਆਯੁਰਵੈਦਾ ਦੇ ਵਿੱਚ ਜਿਹੜੇ ਪੜ੍ਹਾਏ ਜਾਂਦੇ ਨੇ ਸਬਜੈਕਟ, ਜਾਂ ਜਿਹੜੇ ਹੋਮਿਓਪੈਥੀ ਵਿੱਚ ਪੜ੍ਹਾਏ ਜਾਂਦੇ ਨੇ, ਫਰਕ ਸਿਰਫ ਸਾਡਾ ਅਤੇ ਉਹਨਾਂ ਦਾ ਹੈ ਕਿ ਸਾਡੀ ਮੈਡੀਸਨ ਇਲੈਕਟ੍ਰੋ ਹੋਮਿਓਪੈਥੀ ਦੀ ਹੈ, ਉਹਨਾਂ ਦੀ ਐਲੋਪੈਥੀ ਹੈ, ਉਹਨਾਂ ਦੀ ਆਯੁਰਵੇਦਾ ਹੈ, ਉਹਨਾਂ ਦੀ ਹੋਮਿਓਪੈਥੀ ਦੀ ਹੈ। ਸੋ ਇਹ ਸਾਰੀਆਂ ਸਿਸਟਮ ਜਿਹੜਾ ਵਾ ਇਹ ਇਲੈਕਟ੍ਰੋਪੈਥੀ ਦੇ ਤੌਰ 'ਤੇ, ਇਲੈਕਟ੍ਰੋਪੈਥੀ ਹੋਮੀ ਤੌਰ 'ਤੇ ਅਸੀਂ ਮਰੀਜ਼ ਨੂੰ ਠੀਕ ਕਰਦੇ ਹਾਂ। ਸੋ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਸਾਡੇ ਇੱਥੋਂ ਪਾਸ ਕਰਕੇ ਜਾ ਚੁੱਕੇ ਨੇ, ਜਿਹੜੇ ਵੈਲ ਸੈਟਲਡ ਕਹਿ ਸਕਦੇ ਹਾਂ, ਬਹੁਤ ਅੱਛੇ ਤਰੀਕੇ ਨਾਲ ਕਾਮਯਾਬ ਨੇ, ਔਰ ਉਹ ਪ੍ਰੈਕਟਿਸ ਵੀ ਇਲੈਕਟ੍ਰੋ ਹੋਮਿਓਪੈਥੀ ਵਿੱਚ ਹੀ ਕਰਦੇ ਨੇ, ਔਰ ਇੱਥੋਂ ਤੱਕ ਕੈਂਸਰ ਦੇ ਮਰੀਜ਼ਾਂ ਤੱਕ ਵੀ ਉਹਨਾਂ ਨੇ ਠੀਕ ਕੀਤਾ।
ਬਹੁਤ ਸਾਰੀਆਂ ਰਸੌਲੀਆਂ ਠੀਕ ਕੀਤੀਆਂ, ਬਹੁਤ ਸਾਰੇ ਉਹਨਾਂ ਨੇ ਕਲਾਉਡ ਠੀਕ ਕਰਤੇ, ਬਹੁਤ ਸਾਰੇ ਹੋਰ ਜਿੰਨੀਆਂ ਵੀ ਭਿਆਨਕ ਤੋਂ ਭਿਆਨਕ ਬਿਮਾਰੀਆਂ ਨੇ ਠੀਕ ਕੀਤੀਆਂ। ਔਰ ਸਾਡੀ ਮੈਡੀਸਨ ਦਾ ਅਤੇ ਆਮ ਦਵਾਈਆਂ ਦਾ ਬਹੁਤ ਫਰਕ ਇਹ ਹੈ ਕਿ ਬਹੁਤ ਹੀ ਘੱਟ ਖਰਚੇ 'ਤੇ ਅਸੀਂ ਮਰੀਜ਼ ਦਾ ਇਲਾਜ ਕਰ ਸਕਦੇ ਹਾਂ। ਦੋਸਤੋ, ਡਾਕਟਰ ਚਾਵਲਾ ਨੇ ਵੈਸੇ ਤਾਂ ਮੇਰੇ ਇਸ ਗੁਫ਼ਤਗੂ ਦੇ ਦੌਰਾਨ ਬਹੁਤ ਸਾਰੇ ਸਵਾਲਾਤ ਸਨ, ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਕੰਟੀਨਿਊਪੈਥੀ ਬਾਰੇ, ਟ੍ਰੀਟਮੈਂਟ ਬਾਰੇ, ਲੋਕਾਂ ਬਾਰੇ, ਦੂਸਰੀਆਂ ਪੈਥੀਆਂ ਬਾਰੇ ਵੀ ਬਹੁਤ ਵਿਸਤਾਰ ਦੇ ਨਾਲ ਦੱਸਿਆ, ਕਿਉਂਕਿ ਉਹਨਾਂ ਨੇ ਦੱਸਿਆ 1985 ਤੋਂ ਲੈ ਕੇ ਉਹਨਾਂ ਨੇ ਆਪਣਾ ਕਾਲਜ ਖੋਲ੍ਹਿਆ। ਪ੍ਰੋਬਲਮ ਹੋਣ ਦੇ ਨਾਲ 87 'ਚ ਜਲੰਧਰ ਆ ਗਿਆ, ਉੱਥੋਂ ਚਲਾਇਆ। ਬਹੁਤ ਸਾਰੇ ਸਟੂਡੈਂਟਸ ਜਿਹੜੇ ਉਹਨਾਂ ਦੇ ਇਸ ਵੇਲੇ ਮੌਜੂਦਾ ਸਮੇਂ ਦੇ ਦੌਰਾਨ ਪੰਜਾਬ ਦੇ ਨਾਲ ਵੱਖ-ਵੱਖ ਰਾਜਾਂ ਦੇ ਵਿੱਚ ਹੋਰ ਵੀ ਇਲੈਕਟ੍ਰੋਪੈਥੀ ਦੀ ਜਿਹੜੀ ਪ੍ਰੈਕਟਿਸ ਕਰਦੇ ਆ, ਅਤੇ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ, ਜਿਹੜੇ ਵੱਡੇ ਹਸਪਤਾਲ ਉਹਨਾਂ ਵੱਲੋਂ ਮਰੀਜ਼ਾਂ ਨੂੰ ਜਵਾਬ ਦਿੱਤਾ ਜਾਂਦਾ, ਉਹ ਇਲੈਕਟ੍ਰੋਪੈਥੀ ਦੇ ਮਾਹਰ ਡਾਕਟਰ ਉਹਨਾਂ ਦੇ ਨਾਲ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਕਾਫੀ ਇੰਪਰੂਵ ਕਰਦੇ। ਬਹੁਤ ਸਾਰੇ ਰਿਜ਼ਲਟ ਇਹਨਾਂ ਦੇ ਵਧੀਆ। ਸੋ ਡਾਕਟਰ JS ਚਾਵਲਾ ਜੀ, ਜਿਵੇਂ ਤੁਸੀਂ ਪੈਥੀਆਂ ਬਾਰੇ ਦੱਸਿਆ, ਇਸ ਇਲੈਕਟ੍ਰੋਪੈਥੀ ਬਾਰੇ ਦੱਸਿਆ, ਉਹਨਾਂ ਦੂਸਰੀਆਂ ਪੈਥੀਆਂ ਦੇ ਮੁਕਾਬਲੇ ਜਿਹੜੀ ਇਲੈਕਟ੍ਰੋਪੈਥੀ ਆ, ਇਹਦਾ ਟ੍ਰੀਟਮੈਂਟ ਜਿਹੜਾ ਤੁਸੀਂ ਦੱਸਿਆ, ਉਪਚਾਰ ਦਾ ਢੰਗ ਆ, ਆਮ ਲੋਕਾਂ ਦੇ ਮਨਾਂ ਦੇ ਵਿੱਚ ਹੈ ਵੀ ਇਹ ਜਿਹੜੀ ਪੈਥੀ ਆ ਬਹੁਤ ਲੰਬਾ, ਤੁਸੀਂ ਕੀ ਮਤਲਬ ਕਹੋਗੇ ਜੀ? ਦੇਖੋ, ਲੰਬਾ ਟ੍ਰੀਟਮੈਂਟ ਕਿਸੇ ਦਾ ਵੀ, ਹੋਮਿਓਪੈਥੀ ਦਾ ਵੀ ਲੰਬਾ ਹੈ, ਐਸੀ ਗੱਲ ਨਹੀਂ। ਬਾਕੀ ਕਿਸੇ ਵੀ ਬਿਮਾਰੀ ਨੂੰ ਦਬਾ ਦੇਣਾ ਅਤੇ ਠੀਕ ਕਰ ਦੇਣਾ, ਅਤੇ ਉਹ ਬਿਮਾਰੀ ਫਿਰ ਰੁਕ ਸਕਦੀ ਆ। ਕਿਉਂ ਨਾ ਆਪਾਂ ਉਸ ਦੇ ਲਿੰਫ ਨੂੰ, ਜਿਹੜਾ ਲਿੰਫ ਦੇ ਵਿੱਚ ਜ਼ਹਿਰ ਵਾ ਸਾਡੇ ਸਰੀਰ ਦੇ ਵਿੱਚ, ਉਸ ਨੂੰ ਖਤਮ ਕੀਤਾ ਜਾਵੇ। ਜੇ ਹੌਲੀ ਹੌਲੀ ਕੀਤਾ ਜਾਵੇਗਾ ਤਾਂ ਮੇਰੇ ਖਿਆਲ 'ਚ ਕੋਈ ਲੰਬਾ ਟ੍ਰੀਟਮੈਂਟ ਨਹੀਂ ਹੈ। ਬਾਕੀ ਇਹ ਇੱਕ ਵਹਿਮ ਹੈ ਕਿ ਲੰਬਾ ਟ੍ਰੀਟਮੈਂਟ ਹੈ, ਔਰ ਟਾਈਮ ਦੇ ਮੁਤਾਬਕ ਬਹੁਤ ਹੀ ਜਲਦੀ ਮਰੀਜ਼ ਜਿਹੜੇ ਆ ਸਾਡੇ ਠੀਕ ਹੋ ਜਾਂਦੇ ਆ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕਿਉਂਕਿ ਇਹ ਲੋਕਾਂ ਦੇ ਦਿਲ ਦੇ ਵਿੱਚੋਂ ਜਿਹੜਾ ਵਹਿਮ ਹੈ ਉਹ ਕੱਢ ਦੇਣਾ ਚਾਹੀਦਾ ਹੈ। ਔਰ ਜੋ ਟ੍ਰੀਟਮੈਂਟ ਵੱਡੇ ਵੱਡੇ ਜਿਹੜੇ ਡਾਕਟਰ ਨੇ, MBBS ਡਾਕਟਰ ਸਾਡੇ ਪਾਸ ਆ ਰਹੇ ਆ, ਹੋਮਿਓਪੈਥੀ ਦੇ ਡਾਕਟਰ ਆ ਰਹੇ ਆ, ਔਰ ਹੋਮਿਓਪੈਥੀ ਦੀ ਦਵਾਈ ਜਿਹੜੀ ਦਿੰਦੇ ਆ, ਇੱਕ ਪੌਦੇ ਤੋਂ ਇੱਕ ਦਵਾਈ ਦਿੰਦੇ ਆ, ਜਦ ਕਿ ਸਾਡਾ ਕੰਪਲੈਕਸ ਹੈ, ਯਾਨੀ ਕਿ 5-6 ਪੌਦਿਆਂ ਨੂੰ ਇਕੱਠਿਆਂ ਕਰਕੇ ਉਸਦੀ ਮੈਡੀਸਿਨ ਤਿਆਰ ਕੀਤੀ ਜਾਂਦੀ ਹੈ। ਔਰ ਦੇਖੋ, ਜੇ ਸਾਨੂੰ ਖਾਂਸੀ ਹੈ, ਖਾਂਸੀ ਦੇ ਨਾਲ ਸਾਡਾ ਗਲਾ ਖਰਾਬ ਹੈ, ਜਾਂ ਸਾਡਾ ਅੰਦਰ ਸਟਮਕ ਖਰਾਬ ਹੈ, ਜਿਹੜੀਆਂ 2-3 ਬਿਮਾਰੀਆਂ ਇਕੱਠੀਆਂ ਹੁੰਦੀਆਂ ਨੇ, ਉਹ ਸਾਡੀ ਜਿਹੜੀ ਦਵਾਈ ਹੈ ਉਹ ਠੀਕ ਕਰਦੀ ਹੈ। ਡਾਕਟਰ ਸਾਹਿਬ, ਹੁਣ ਤੱਕ ਤੁਹਾਡੇ ਪੰਜਾਬ ਦੇ ਨਾਲ ਕਿੰਨੇ ਕੁ ਸਟੂਡੈਂਟ ਜਿਹੜੇ ਇਲੈਕਟ੍ਰੋਪੈਥੀ ਨੂੰ ਅਡਾਪਟ ਕਰਕੇ ਜਿਹੜੇ ਵੱਖ-ਵੱਖ ਪੰਜਾਬ ਤੋਂ ਬਾਹਰ ਵੀ ਇਲਾਜ ਕਰ, ਕਿੰਨੇ ਕੁ ਸਟੂਡੈਂਟ ਜਿਹੜੇ ਤੁਹਾਡੇ? ਦੇਖੋ, ਜੇ ਮੈਂ ਗੱਲ ਕਰਾਂ ਤੇ 1987 ਤੋਂ ਲੈ ਕੇ ਹੁਣ ਤੱਕ ਅੱਜ ਵੀ ਸਾਡਾ ਇੰਸਟੀਚਿਊਟ, ਪੰਜਾਬ ਮੈਡੀਕਲ ਇੰਸਟੀਚਿਊਟ ਜਿਹੜਾ ਵਾ, ਉਹ 3 ਗ੍ਰੀਨ ਮਾਡਲ ਟਾਊਨ ਜਲੰਧਰ ਦੇ ਵਿੱਚ ਸਥਿਤ ਹੈ। ਔਰ ਮੈਂ ਪਹਿਲਾਂ ਉੱਥੇ ਹੀ ਜੋਤ ਜਗਾ ਕੇ ਆਇਆ ਵਾਂ। ਡਾਕਟਰ ਕਾਊਂਟ ਸੀਜ਼ਨ ਮੈਟੀ ਦਾ ਅੱਜ 214ਵਾਂ ਜਨਮ ਦਿਨ ਹੈ। ਸਭ ਤੋਂ ਪਹਿਲਾਂ ਮੈਂ ਆਪਣੇ ਕਾਲਜ ਦੇ ਵਿੱਚ ਗਿਆ, ਦਫ਼ਤਰ ਵਿੱਚ ਗਿਆ, ਅਤੇ ਡਾਕਟਰ ਕਾਊਂਟ ਸੀਜ਼ਨ ਮੈਟੀ ਦੇ ਅੱਗੇ ਧੂਫ ਅਗਰਬੱਤੀ ਕੀਤੀ ਔਰ ਦੀਵਾ ਬਾਲਿਆ, ਕਿਉਂਕਿ ਡਾਕਟਰ ਕਾਊਂਟ ਸੀਜ਼ਨ ਮੈਟੀ ਨੇ ਮਤਲਬ ਕਿ ਬਹੁਤ ਵੱਡੀ ਜਿਹੜੀ ਇਹ ਇੱਕ ਸਾਨੂੰ ਖੋਜ ਕਰਕੇ ਦਿੱਤੀ ਆ ਨਾ, ਇਹਦਾ ਸਾਈਡ ਇਫੈਕਟ ਨਹੀਂ ਹੈਗਾ ਜੀ। ਇੱਕ ਬੱਚਾ ਵੀ ਮੈਡੀਸਨ ਜਿਹੜੀ ਆ ਲੈ ਲੈਂਦਾ। ਮੈਂ ਤੁਹਾਡੇ ਤੋਂ ਗੱਲ ਤੋਂ ਦੂਜੇ ਪਾਸੇ ਜਾ ਰਿਹਾ। ਇੱਕ ਬੱਚਾ, ਇੱਕ ਦਵਾਈ ਪਈ ਆ ਟੇਬਲ 'ਤੇ, ਅਸੀਂ ਕਹਿੰਦੇ ਨਹੀਂ ਵੀ ਨਹੀਂ, ਦਵਾਈ ਨਹੀਂ ਹੱਥ ਲਾਉਣੀ। ਜੇ ਬੱਚਾ ਉਹ ਦਵਾਈ ਪੀ ਵੀ ਗਿਆ, ਉੱਤੇ ਬੁਰਾ ਅਸਰ ਨਹੀਂ ਹੋਏਗਾ। ਔਰ ਦਵਾਈ ਨੂੰ, ਮੈਡੀਸਨ ਨੂੰ ਤੁਸੀਂ ਦੇਖਿਓ ਵੀ ਇੱਕ 2-2 ਬੂੰਦਾਂ ਵੀ ਜ਼ੁਬਾਨ 'ਤੇ ਰੱਖ ਕੇ ਆਪਾਂ ਲੈ ਜਾਈਏ ਅੰਦਰ, ਅਤੇ ਉਹਦਾ ਸਾਡੇ ਲਿੰਫ 'ਤੇ ਸਿੱਧਾ ਅਸਰ ਪਏਗਾ, ਔਰ ਬਿਮਾਰੀ ਨੂੰ ਠੀਕ ਕਰੇਗੀ। ਔਰ ਸਾਡੇ ਅੰਦਰ ਇੰਨੀਆਂ ਬਿਮਾਰੀਆਂ ਪੈਦਾ ਹੋ ਚੁੱਕੀਆਂ ਨੇ ਸਾਡੀਆਂ। ਦੇਖੋ, ਸਬਜ਼ੀਆਂ, ਸਾਡੇ ਫਰੂਟ, ਜਿੰਨਾ ਕੁਝ ਵੀ ਖਾਂਦੇ ਆ, ਸਾਰਿਆਂ ਦੇ ਵਿੱਚ ਬਿਮਾਰੀਆਂ ਹੈਗੀਆਂ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਬਜ਼ੀਆਂ, ਫਰੂਟ, ਜਿੰਨਾ ਵੀ ਸਾਡਾ ਅੰਨ ਹੈ, ਉਹਦੇ ਵਾਸਤੇ ਵੀ ਅਸੀਂ ਖੋਜ ਕਰ ਰਹੇ ਹਾਂ ਕਿ ਉਸ ਨੂੰ ਵੀ ਸ਼ੁੱਧ ਕੀਤਾ ਜਾਵੇ। ਜੇ ਸਾਡੀ ਖਾਣ ਪੀਣ ਸ਼ੁੱਧ ਹੈ ਤਾਂ ਸਾਡੇ ਅੰਦਰ ਬਿਮਾਰੀ ਨਹੀਂ ਹੋਏਗੀ। ਸੋ ਸਾਡੇ ਸਟੂਡੈਂਟ ਜਿਹੜੇ ਨੇ ਉਹ ਮਾफ़ ਕਰਨਾ, ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਨੇ। ਬਿਲਕੁਲ ਬਿਲਕੁਲ। ਔਰ ਇਹਦੇ ਬਕਾਇਦਾ ਤੌਰ 'ਤੇ ਸਾਡੇ ਕੋਲ ਰਿਕਾਰਡ ਹੈ। ਬਹੁਤ ਸਾਰੇ ਅਸੀਂ ਫ੍ਰੀ ਮੈਡੀਕਲ ਕੈਂਪ ਲਾਏ, ਅਸੀਂ ਸਰਵੇ ਕੀਤੇ, ਜਲੰਧਰ ਦੇ ਸਾਰੇ ਪਿੰਡਾਂ ਦੇ ਵਿੱਚ ਸਾਡੇ ਪਾਸ ਰਿਕਾਰਡ ਹੈਗਾ ਵਾ। ਅਖਬਾਰ ਜਿਹੜੇ ਆ ਉਹ ਤੁਸੀਂ ਉਹਨਾਂ ਦੇ ਨਾਲ ਰੱਖ ਰਖਾਵ ਦਾ ਵੀ, ਤੁਸੀਂ ਉਹਨਾਂ ਦੀ ਸਾਂਭ ਸੰਭਾਲ ਦਾ ਵੀ ਕੰਮ ਕਰਦੇ ਹੋ। ਅਤੇ ਦੂਸਰੇ ਪਾਸੇ ਉਹਨਾਂ ਨੇ ਤੁਸੀਂ ਇਹ ਵੀ ਗੱਲ ਕੀਤੀ ਸੀ ਵੀ ਅਸੀਂ ਬੱਚਿਆਂ ਦੇ, ਜਿਹੜੇ ਬੱਚੇ ਲੋੜਵੰਦ, ਜ਼ਰੂਰਤਮੰਦ ਬੱਚੇ ਆ, ਪੜ੍ਹ ਸਕਦੇ ਆ, ਪੜ੍ਹਨ ਦੀ ਜ਼ਰੂਰਤ ਸਮਝਦੇ ਆ, ਪਰ ਉਹਨਾਂ ਕੋਲ ਖਰਚ ਨਹੀਂ ਪੇ ਕਰ ਸਕਦੇ, ਉਹਨਾਂ ਲਈ ਵੀ ਆ। ਸਾਨੂੰ ਉਸ ਜਿਹੜੀ ਸੰਸਥਾ, ਚੈਰਿਟੀ ਆ, ਉਹਦੇ ਬਾਰੇ ਤਫਸੀਲ ਨਾਲ ਜਿਹੜਾ ਸਾਨੂੰ ਬਰੀਫ ਦੇ ਵਿੱਚ ਜਿਹੜਾ ਜ਼ਰੂਰ ਉਹ ਦੱਸੋ ਜੀ। ਮੇਰਾ ਸੰਬੰਧ ਇਹ ਇਲੈਕਟ੍ਰੋ ਹੋਮਿਓਪੈਥੀ ਦੇ ਨਾਲ ਤਾਂ ਹੈ, ਪੰਜਾਬ ਮੈਡੀਕਲ ਇੰਸਟੀਚਿਊਟ ਜਲੰਧਰ ਜੀ, ਪਰ ਉਹਦੇ ਨਾਲ ਮੇਰਾ ਇੱਕ ਸੰਬੰਧ ਹੈ ਕਿਰਪਾਲ ਸਾਗਰ ਦੇ ਨਾਲ ਜੀ। ਕਿਰਪਾਲ ਸਾਗਰ ਦਾ ਮਤਲਬ ਹੈ ਓਸ਼ਨ ਆਫ ਗ੍ਰੇਸ, ਜਿੱਥੇ ਕਿਸੇ ਮਤ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ, ਬਲਕਿ ਸਾਰਿਆਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ। ਕੌਣ ਹੈ, ਕਿੱਥੋਂ ਦਾ ਹੈ, ਜਿਸ ਧਰਮ ਵਿੱਚ ਹੋ ਉਸੇ ਹੀ ਧਰਮ ਵਿੱਚ ਰਹੋ, ਜਿਸ ਸਮਾਜ ਵਿੱਚ ਉਸੇ 'ਚ ਰਹੋ, ਦੇਸ਼ 'ਚ ਉੱਥੇ ਹੀ ਰਹੋ। ਔਰ ਉਹਦੇ ਵਿੱਚ ਸਾਡੇ 3 ਪਹਿਲੂ ਨੇ। ਇਹ ਸੰਤ ਕਿਰਪਾਲ ਸਿੰਘ ਜੀ ਦੀ ਦੇਣ ਹੈ, ਜਿਨ੍ਹਾਂ ਨੇ ਸਾਨੂੰ ਇਹਦੇ ਪਾਸੇ ਲਗਾਇਆ ਕਿਰਪਾਲ ਸਾਗਰ ਦੇ ਬਾਰੇ ਵਿੱਚ। ਔਰ ਇਨਸਾਨ ਦਾ ਬਣਨਾ, ਇਨਸਾਨ ਦੀ ਮਤਲਬ ਕਿ ਸੇਵਾ ਅਤੇ ਧਰਤੀ ਦੀ ਸੇਵਾ, 3 ਉੱਥੇ ਚੀਜ਼ਾਂ ਨੇ। ਕਿਰਪਾਲ ਸਾਗਰ ਨਜ਼ਦੀਕ ਰਾਹੋਂ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਸਥਿਤ ਹੈ। ਉੱਥੇ ਸਾਡਾ ਇੱਕ ਅਕੈਡਮੀ ਹੈ, ਕਿਰਪਾਲ ਸਾਗਰ ਅਕੈਡਮੀ। ਦੂਸਰਾ ਕਿਰਪਾਲ ਸਾਗਰ ਸਕੂਲ ਹੈ,
ਔਰ ਉਹਦੇ ਵਿੱਚ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਮਤਲਬ ਵੀ ਜਿਹੜੀ ਪੜ੍ਹਾਈ ਆ ਉਹਨਾਂ ਨੂੰ ਕਿਤਾਬਾਂ ਵਾਂ ਜਾਂ ਵਰਦੀਆਂ ਵਾਂ ਉਹ ਤਕਰੀਬਨ ਮੁਫਤ ਦਿੰਦੇ ਆ। ਦੂਸਰਾ ਸਾਡਾ ਉੱਥੇ ਬਿਰਧ ਆਸ਼ਰਮ ਹੈ। ਸੋ ਮੈਂ ਕਹਿਣਾ ਚਾਹਾਂਗਾ ਕਿ ਜੇ ਕੋਈ ਬਜ਼ੁਰਗ ਨਹੀਂ ਸਾਂਭ ਸਕਦਾ ਤਾਂ ਉਹ ਸਾਨੂੰ ਦੇ ਦਿਓ। ਅਸੀਂ ਬਜ਼ੁਰਗ ਨੂੰ ਬਕਾਇਦਾ ਤੌਰ 'ਤੇ ਕੱਪੜਾ, ਖਾਣ ਪੀਣ ਔਰ ਬਕਾਇਦਾ ਤੌਰ 'ਤੇ ਦਵਾਈ ਸਭ ਕੁਝ ਕਰਾਂਗੇ। ਜੇ ਤੁਸੀਂ ਮੇਰੇ 'ਤੇ ਯਕੀਨ ਕਰਦੇ ਹੋ ਠੀਕ ਹੈ, ਨਹੀਂ ਤਾਂ ਤੁਸੀਂ ਜਾ ਕੇ ਕਿਰਪਾਲ ਸਾਗਰ ਨਜ਼ਦੀਕ ਰਾਹੋਂ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਹੈ, ਉੱਥੇ ਤੁਸੀਂ ਜਾ ਕੇ ਵੇਖ ਸਕਦੇ ਹੋ ਔਰ ਤੁਸੀਂ ਜਾ ਕੇ ਦੇਖੋ ਕਿ ਬੱਚਿਆਂ ਦੀ ਕਿਸ ਤਰ੍ਹਾਂ ਉੱਥੇ ਪਾਲਣਾ ਕੀਤੀ ਜਾਂਦੀ ਹੈ। ਫਿਰ ਬਕਾਇਦਾ ਤੌਰ 'ਤੇ ਜਿਸ ਤਰ੍ਹਾਂ ਮੈਂ ਦੱਸਿਆ ਵੀ 3 ਇਹਦੇ ਪਹਿਲੂ ਨੇ। ਪਹਿਲਾ ਪਹਿਲੂ ਹੈ ਇਹ ਇਨਸਾਨ ਤੂੰ ਜਾਣ ਤੂੰ ਕੌਣ ਹੈ। ਜਿੰਨਾ ਚਿਰ ਸਾਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ ਤਦ ਤੱਕ ਮੈਂ ਕੁਛ ਵੀ ਕੰਮ ਨਹੀਂ ਕਰ ਸਕਦਾ। ਦੂਸਰਾ ਇਨਸਾਨ ਦੀ ਸੇਵਾ ਹੈ। ਇਨਸਾਨ ਦੀ ਸੇਵਾ ਦੇ ਵਿੱਚ ਉੱਥੇ ਸਾਡਾ ਬਿਰਧ ਆਸ਼ਰਮ ਹੈ, ਹਸਪਤਾਲ ਹੈ ਔਰ ਉਸ ਤੋਂ ਅਲੱਗਾ ਮਤਲਬ ਕਿ ਸਕੂਲ ਹੈ। ਫਿਰ ਇਹ ਬਹੁਤ ਕੁਛ ਉੱਥੇ ਜਿਹੜਾ ਵਾ ਦਿੱਤਾ ਜਾਂਦਾ ਵਾ। ਔਰ ਨਾਲ ਦੇ ਨਾਲ ਤੀਸਰਾ ਪਹਿਲੂ ਹੈ ਖੇਤੀਬਾੜੀ। ਸਾਡਾ ਡੇਅਰੀ ਫਾਰਮ ਹੈ, ਬਕਾਇਦਾ ਤੌਰ 'ਤੇ ਐਗਰੀਕਲਚਰ ਹੈ। ਉਹਨਾਂ ਸਾਰਿਆਂ ਦਾ ਅਸੀਂ ਉੱਥੇ ਕੰਮ ਕਰਦੇ ਹਾਂ ਬਗੈਰ ਕੀੜੇ ਮਾਰ ਦਵਾਈਆਂ ਤੋਂ, ਬਗੈਰ ਹੀ ਖਾਦਾਂ ਤੋਂ। ਸੋ ਤੁਸੀਂ ਜ਼ਰੂਰ ਦੇਖੋ ਕਿਰਪਾਲ ਸਾਗਰ। ਔਰ ਬੱਚੇ ਜੇ ਤੁਹਾਡੇ ਪੜ੍ਹਨਾ ਚਾਹੁੰਦੇ ਆ ਤਾਂ ਸਾਨੂੰ ਜ਼ਰੂਰ ਦੱਸੋ। ਔਰ ਜੇ ਕਹੋ ਤਾਂ ਮੈਂ ਆਪਣਾ ਨੰਬਰ ਵੀ ਦੱਸ ਦੇਵਾਂ, ਤੁਸੀਂ ਮੈਨੂੰ ਫੋਨ 'ਤੇ ਜੀ ਬਿਲਕੁਲ ਅਸੀਂ ਨੰਬਰ ਦੀ ਵੀ ਗੱਲ ਕਰਾਂਗੇ, ਪਰ ਸਾਨੂੰ ਜ਼ਰੂਰ ਇੱਕ ਬਰੀਫ ਦੇ ਵਿੱਚ ਗੱਲ ਕਰਿਓ। ਜਿਹੜੀ ਤੁਸੀਂ ਉਹ ਦੱਸੀ ਸੀ ਵੀ ਨਾਭੀ ਦੇ ਵਿੱਚ ਉਹ 5 ਤੱਤ ਦੀ ਜਿਹੜੀ ਸੀ ਉਹਦੇ ਨਾਲ ਕਿਸੇ ਵੀ ਬਿਮਾਰੀਆਂ ਦਾ ਜਿਹੜਾ ਇਲਾਜ ਹੋ ਜਾਂਦਾ, ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਸਾਡੇ ਦਰਸ਼ਕ ਇਹੋ ਜਿਹੇ ਬਹੁਤ ਜ਼ਰੂਰਤਮੰਦ ਹੈ। ਜੀ ਅਸੀਂ ਉੱਥੇ ਕੰਮ ਕਰਦੇ ਹਾਂ ਬਗੈਰ ਕੀੜੇ ਮਾਰ ਦਵਾਈਆਂ ਤੋਂ, ਬਗੈਰ ਹੀ ਖਾਦਾਂ ਤੋਂ। ਸੋ ਤੁਸੀਂ ਜ਼ਰੂਰ ਦੇਖੋ ਕਿਰਪਾਲ ਸਾਗਰ। ਔਰ ਬੱਚੇ ਜੇ ਤੁਹਾਡੇ ਪੜ੍ਹਨਾ ਚਾਹੁੰਦੇ ਆ ਤਾਂ ਸਾਨੂੰ ਜ਼ਰੂਰ ਦੱਸੋ। ਔਰ ਜੇ ਕਹੋ ਤਾਂ ਮੈਂ ਆਪਣਾ ਨੰਬਰ ਵੀ ਦੱਸ ਦੇਵਾਂ, ਤੁਸੀਂ ਮੈਨੂੰ ਫੋਨ 'ਤੇ ਜੀ ਬਿਲਕੁਲ ਅਸੀਂ ਨੰਬਰ ਦੀ ਵੀ ਗੱਲ ਕਰਾਂਗੇ, ਪਰ ਸਾਨੂੰ ਜ਼ਰੂਰ ਇੱਕ ਬਰੀਫ ਦੇ ਵਿੱਚ ਗੱਲ ਕਰਿਓ। ਜਿਹੜੀ ਤੁਸੀਂ ਉਹ ਦੱਸੀ ਸੀ ਵੀ ਨਾਭੀ ਦੇ ਵਿੱਚ ਉਹ 5 ਤੱਤ ਦੀ ਜਿਹੜੀ ਸੀ ਉਹਦੇ ਨਾਲ ਕਿਸੇ ਵੀ ਬਿਮਾਰੀਆਂ ਦਾ ਜਿਹੜਾ ਇਲਾਜ ਹੋ ਜਾਂਦਾ, ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਸਾਡੇ ਦਰਸ਼ਕ ਇਹੋ ਜਿਹੇ ਬਹੁਤ ਜ਼ਰੂਰਤਮੰਦ ਹੈ। ਜੀ ਇੱਕ ਅਸੀਂ ਖੋਜ ਕੀਤੀ ਆ। ਵੈਸੇ ਪਹਿਲਾਂ ਹੀ ਖੋਜ ਸੀ, ਇਹਦੀ ਬੜੀ ਪੁਰਾਣੀ ਹੈ, ਆਯੁਰਵੇਦਾ ਵੇਲੇ ਦੀ ਵੀ ਹੈ ਔਰ ਧਨਵੰਤਰੀ ਵੇਲੇ ਵੀ ਹੈ। ਇੱਕ ਨਾਭੀ ਸਾਡੀ ਜਿਹੜੀ ਹੈ, ਜਿਹੜਾ ਹਿੱਸਾ ਸਾਡਾ ਨਾਭੀ ਦਾ ਹੈ, ਨਭ ਹੈ, ਇਹਦੇ ਵਿੱਚ 72,000 ਨਾੜੀ ਹੈ, ਜਿਹੜੀ ਬਹੁਤੀ ਸਾਨੂੰ ਨਾੜੀ ਦਿਸਦੀ ਨਹੀਂ ਗੀ। ਔਰ ਨਾੜੀ ਇਹ ਜਿਹੜੀ ਨਾਭੀ ਆ ਇਹੋ ਹੀ ਮਤਲਬ ਵੀ ਦੇਖਦੀ ਆ ਵੀ ਕਿਹੜੀ ਜਗ੍ਹਾ 'ਤੇ ਬਿਮਾਰੀ ਹੈ। ਪਰ ਦੇਖੋ ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਕਹਿ ਸਕਦੇ ਹਾਂ ਵੀ 5 ਤੱਤ ਨੇ ਸਾਡੇ ਸਰੀਰ ਦੇ, ਅੱਗ, ਹਵਾ, ਪਾਣੀ, ਮਿੱਟੀ ਤੇ ਆਕਾਸ਼। ਇਸੇ ਤਰ੍ਹਾਂ 5 ਹੀ ਕਰਮ ਇੰਦਰੀਆਂ ਨੇ, 5 ਹੀ ਗਿਆਨ ਇੰਦਰੀਆਂ ਨੇ, 5 ਹੀ ਕਕਾਰ ਨੇ, ਕੱਕਾ ਕੜਾ, ਕੱਕਾ ਕੰਘਾ, ਕੱਕਾ ਕੇਸ, ਕੱਕਾ ਕਿਰਪਾਨ, ਕੱਕਾ ਕਿਸ਼ਰ ਜੀ। 5 ਦੇ ਵੱਖਰੇ ਵੱਖਰੇ ਭੇਦ ਨੇ। ਸੋ ਉਸ ਦੇ ਨਾਲ ਸਾਡੇ ਪਾਸ ਇਲੈਕਟ੍ਰੋਹੋਮਿਓਪੈਥੀ ਦੀ ਮੈਡੀਸਨ ਹੈ 5 ਇਲੈਕਟ੍ਰੀਸਿਟੀ। ਜੇ ਇਹ ਇਲੈਕਟ੍ਰੀਸਿਟੀ 5 ਹੀ ਤੁਸੀਂ ਸਰੋਂ ਦੇ ਤੇਲ ਵਿੱਚ ਪਾ ਕੇ ਨਾਭੀ ਦੇ ਵਿੱਚ 2 ਬੂੰਦਾਂ ਰੋਜ਼ ਸਵੇਰੇ ਤੇ 2 ਬੂੰਦਾਂ ਸ਼ਾਮ ਨੂੰ ਪਾ ਦਿਓ ਤੇ ਮੇਰੇ ਖਿਆਲ 'ਚ ਬਿਮਾਰੀ ਆਪਣੇ ਆਪ ਹੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ। ਸੋ ਦੂਸਰੀ ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਬਗੈਰ ਕਹਿਣ ਲੱਗਾ, ਗੁਰੂ ਕੌਣ ਹੁੰਦਾ ਵਾ? ਗौ ਦਾ ਮਤਲਬ ਹਨੇਰਾ, ਰੌ ਦਾ ਮਤਲਬ ਗੁਰੂ। ਹੁਣ ਕਹਿੰਦੇ ਨੇ ਵਾਹਿਗੁਰੂ ਦਾ ਮਤਲਬ ਤੇ ਪਤਾ ਹੋਵੇ ਵਾਹਿਗੁਰੂ ਦਾ ਮਤਲਬ ਕੀ ਹੈ। ਵਾਹ ਦਾ ਮਤਲਬ ਆਨੰਦ, ਗौ ਦਾ ਮਤਲਬ ਹਨੇਰਾ, ਰੌ ਦਾ ਮਤਲਬ ਰੋਸ਼ਨੀ। ਗੁਰੂ ਕੌਣ? ਪਹਿਲਾ ਗੁਰੂ ਮਾਂ ਬਾਪ। ਜਿਹੜਾ ਬੱਚਾ ਮਾਂ ਬਾਪ ਦੇ ਅੱਖੇ ਨਹੀਂ ਲੱਗਦਾ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਦੂਸਰਾ ਗੁਰੂ ਟੀਚਰ, ਅਧਿਆਪਕ। ਜਿਹੜਾ ਟੀਚਰ ਦੇ ਅੱਖੇ ਨਹੀਂ ਲੱਗ ਸਕਦਾ ਉਹ ਫੇਲ ਹੋਏਗਾ, ਪਾਸ ਨਹੀਂ ਹੋ ਸਕਦਾ। ਤੀਸਰਾ ਸ਼ਬਦ ਗੁਰੂ ਹੈ, ਸ਼ਬਦ ਸਾਡੇ ਅੰਦਰ ਹੈ ਜਿਹੜਾ ਕਿ ਹਰ ਵਕਤ 24 ਘੰਟੇ ਸਾਡੇ ਵਿੱਚ ਚੱਲ ਰਿਹਾ ਹੈ। ਬਹੁਤ ਬਹੁਤ ਧੰਨਵਾਦ ਡਾਕਟਰ JS ਚਾਵਲਾ ਜੀ। ਦੋਸਤੋ ਡਾਕਟਰ ਚਾਵਲਾ ਜੀ ਜਿੱਥੇ ਇਲੈਕਟ੍ਰੋਪੈਥੀ ਦੇ ਮਾਹਰ ਨੇ, ਪ੍ਰਿੰਸੀਪਲ ਨੇ ਕਾਲਜ ਦੇ, ਅਤੇ ਉੱਥੇ ਮੈਨੇਜਮੈਂਟ ਦੇ ਵਿੱਚ MD ਨੇ ਵੀ, ਅਤੇ ਉੱਥੇ ਉਹਨਾਂ ਨੇ ਅਧਿਆਤਮ ਦੀ ਵੀ ਗੱਲ ਕੀਤੀ। ਅਧਿਆਤਮ ਦੇ ਆ ਕੇ ਉਹਨਾਂ ਨੇ ਬਹੁਤ ਵਿਸਤਾਰ ਦੇ ਨਾਲ ਦੱਸਿਆ ਵੀ ਕਿਸ ਤਰ੍ਹਾਂ ਬਿਮਾਰੀ ਤੋਂ ਕੰਟਰੋਲ, ਅਤੇ ਦੂਸਰਾ ਉਹਨਾਂ ਨੇ ਬੜੀ ਤਫਸੀਲ ਨਾਲ ਉਦਾਹਰਨ ਦੇ ਕੇ ਦੱਸਿਆ ਵੀ ਜਿਹੜਾ ਅਧਿਆਤਮ ਦੀ ਆ, ਅਧਿਆਤਮ ਦੇ ਨਾਲ ਨਾਲ ਬੰਦੇ ਲਾਈਫ ਦੇ ਵਿੱਚ ਬਹੁਤ ਸਾਰੀਆਂ, ਅਤੇ ਨਾਲ ਉਹਨਾਂ ਨੇ ਜਨ ਹਿੱਤ ਦੀਆਂ ਜਿਹੜੀਆਂ ਸੇਵਾਵਾਂ ਕਰਦੇ ਆ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਪਾਰਟੀਸਪੇਟ ਦੱਸਿਆ ਵੀ ਕਿਵੇਂ ਉੱਥੇ ਮਾਲਕ ਨੇ ਕਿਰਪਾਲ ਸਾਗਰ, ਉਹ ਵੀ ਦੱਸਦੇ। ਸੋ ਮੈਂ ਸਮਝਦਾ ਜਿਹੜੀ ਅੱਜ ਦੀ ਇਹ ਗੁਫ਼ਤਗੂ ਆ, ਜਿਹੜੀ ਇਲੈਕਟ੍ਰੋਪੈਥੀ ਦੇ ਭੀਸ਼ਮ ਪਿਤਾਮਾ ਡਾਕਟਰ ਕਾਊਂਟ ਸੀਜ਼ਰ ਮੈਟੀ ਨੂੰ ਸਮਰਪਿਤ ਹੈ। BBC ਆਪਣੇ ਲਿਵਿੰਗ ਇੰਡੀਆ ਨਿਊਜ਼ ਲਈ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ।